ਤੀਰਥ ਤਪ ਦਇਆ ਦਤ ਦਾਨੋ, ਜੇ ਕੋ ਪਾਵੈ ਤਿਲ ਕਾ ਮਾਨੋ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸਤਿਗੁਰੂ ਪਾਤਸ਼ਾਹ ਜਗਤ ਗੁਰੂ ਗੁਰੂਦੇਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਚੱਲ ਰਹੀ ਲੜੀਵਾਰ ਕਥਾ ਵਿੱਚ ਸਤਿਗੁਰੂ ਪਾਤਸ਼ਾਹ ਪਾਵਨ ਉਪਦੇਸ਼ ਬਖਸ਼ਦੇ ਨੇ। ਸਿੱਧਾਂ ਨੇ ਬੇਨਤੀ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੀਰਥ ਤਪ ਆਦਿ ਕਰਮਾਂ ਸੇ ਤੋਂ ਆਵਾਗਮਨ ਸੇ ਰਹਿਤ ਹੁੰਦਾ ਹੀ ਹੋਵੇਗਾ ਮਨੁੱਖ। ਪਾਤਸ਼ਾਹ ਗੁਰੂਦੇਵ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਬਖਸ਼ਦੇ ਨੇ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਦੁਖੀ ਦੇਖ ਕੇ ਤਿਸ ਦੇ ਦੁੱਖ ਦੂਰ ਕਰਨੇ ਦੀ ਇੱਛਾ ਦਾ ਨਾਮ ਦਇਆ ਹੈ। ਤੁਲਸੀਦਾਸ ਕਵੀ ਜੀ ਨੇ ਵੀ ਬੜੇ ਸੁੰਦਰ ਬਚਨ ਕਹੇ ਨੇ, ਦਇਆ ਧਰਮ ਕਾ ਮੂਲ ਹੈ। ਜੋ ਦਇਆਵਾਨ ਉਹ ਧਰਮੀ ਹੋਵੇ। ਪਾਪ ਮੂਲ ਅਭਿਮਾਨ, ਜੋ ਅਭਿਮਾਨੀ ਹੰਕਾਰੀ ਅਵਸ਼ ਪਾਪ ਕਰੇਗਾ। ਤੀਰਥ ਤਪ ਦਇਆ ਦਤ ਦਾਨ, ਸੋ ਤੀਰਥ ਕਰਨਾ, ਦਇਆ ਕਰਨੀ, ਤਪ ਕਰਨਾ, ਦਾਨ ਦੇਣਾ। ਜਗ ਵੇਦੀ ਦੇ ਅੰਤਰ ਦਾਨ ਦਿੰਦੇ ਨੇ, ਦਾ ਨਾਮ ਦਤ ਦਾਨ। ਇਨ ਸਭ ਕਰਮਾਂ ਨੂੰ ਜੋ ਕੋਈ ਹੰਕਾਰੀ ਪੂਰਵਕ ਸਕਾਮ ਕਰਦਾ ਹੈ, ਹੰਕਾਰ ਪੂਰਵਕ ਤੋ ਖਿਸਕ ਜਾਣੇ ਵਾਲਾ, ਮਾਣ ਪਾਉਂਦਾ ਹੈ ਤਿਲ ਕਾ ਮਾਨ। ਭਾਵ ਇਹ ਕਿ ਇਹਨਾਂ ਕਰਮਾਂ ਦਾ ਬਲ ਸਵਰਗ ਹੋ ਜਾਂਦਾ ਹੈ। ਵੇ ਦਾਨ ਪੁੰਨ ਵੱਡਾ ਕੀਤਾ, ਖੇਤਰ ਵਿੱਚ ਜਿਵੇਂ ਵੱਡਾ ਜਗ ਹੁੰਦਾ, ਉਸ ਮੇਲੇ ਵਿੱਚ ਕੋਈ ਦਾਨ ਕਰੇ, ਸਰਬੰਸ ਦਾਨ। ਫਿਰ ਰਾਜ ਭਾਗ ਜਿਵੇਂ ਅਕਬਰ ਬਾਦਸ਼ਾਹ ਨੂੰ ਮਿਲਿਆ ਸੀ, ਜੋ ਪਿਛਲੇ ਜਨਮ ਵਿੱਚ ਕਾਖੀ ਸਨ। ਰੰਭਾ ਤੇ ਅੰਗਲੀ ਦਾਨ ਕੀਤੀ ਸੀ ਬ੍ਰਹਮਣ ਨੂੰ, ਫਿਰ ਰਾਜ ਭਾਗ ਮਿਲਿਆ। ਤੇ ਜੋਸ਼ੀ ਨੇ ਦੱਸ ਦਿੱਤਾ ਸੀ ਕਿ ਰਾਜ ਭਾਗ ਇੰਜ ਮਿਲਿਆ ਹੈ ਮਹਾਰਾਜ ਤੋਂ। ਫਿਰ ਅਕਬਰ ਬਾਦਸ਼ਾਹ ਨੇ ਵਚਨ ਵੀ ਕਹੇ, ਮੇਰਾ ਜਨਮ ਕਿਉਂ ਫਿਰ ਮੁਸਲਮਾਨ ਘਰ ਵਿੱਚ ਹੋਇਆ। ਤੇ ਜੋਸ਼ੀ ਨੇ ਕਿਹਾ, ਜਿਸ ਜਗ੍ਹਾ ਤੇ ਤੁਸੀਂ ਦਾਨ ਦਿੱਤਾ ਸੀ ਉੱਥੇ ਰੰਗ ਸੀ, ਕਰੰਬ ਨਪਿਆ ਹੋਇਆ ਸੀ ਪਸ਼ੂ ਦਾ। ਫਿਰ ਉਹ ਜਗ੍ਹਾ ਦੱਸੀ ਨੀਅਤ ਪੁੱਟਣੀ ਕੀਤੀ, ਜਦੋਂ ਪੁੱਟੀ ਜਗ੍ਹਾ ਰੰਗ ਨਿਕਲਿਆ ਆ ਤੇ ਨਿਹਚਾ ਹੋ ਗਿਆ ਅਕਬਰ ਬਾਦਸ਼ਾਹ ਨੂੰ ਕਿ ਸੱਚ ਹੈ। ਪਰ ਸਤਿਗੁਰੂ ਪਾਤਸ਼ਾਹ ਪਾਵਨ ਬਚਨ ਕਹਿੰਦੇ ਨੇ, ਦਾਨ ਕਰਿਆ ਕਰਮਾਂ ਦਾ ਫਲ ਸਵਰਗ ਮਿਲ ਜਾਂਦਾ ਹੈ, ਤੇ ਪੁੰਨਾਂ ਦੇ ਖੀਣ ਹੋਣੇ ਤੇ ਫਿਰ ਮ੍ਰਿਤੂ ਲੋਕ ਵਿੱਚ ਸਿੱਟਿਆ ਜਾਂਦਾ ਹੈ। ਕਿਉਂਕਿ ਸਦੀਵੀ ਮਨੁੱਖ ਸਵਰਗ ਲੋਕ ਵਿੱਚ ਨਹੀਂ ਰਹਿ ਸਕਦਾ, ਕਿ ਜਿੰਨੇ ਪੁੰਨ ਨੇ ਉਹਨਾਂ ਸਮਾਂ ਨੀਅਤ ਹੁੰਦਾ ਕਿ ਇਤਨਾ ਕਾਲ ਇਸ ਸਵਰਗ ਲੋਕ ਵਿੱਚ ਰਹੇਗਾ। ਜਦੋਂ ਪੁੰਨ ਖਤਮ ਹੋ ਗਏ ਸਵਰਗ ਚੋਂ ਬਾਹਰ ਸੁੱਟਿਆ ਜਾਂਦਾ। ਪਿਛਲਾ ਸੁੱਖ ਭੁੱਲ ਕੇ ਫਿਰ ਉਹ ਦੁੱਖ ਦਾ ਅਨੁਭਵ ਕਰਦਾ। ਤਿਲ ਪਰ ਮਾਣ ਪਾਵੇ ਵੀ ਤੋਹ ਕਿਆ ਮਾਣ ਹੈ, ਨਾਸਵੰਤ ਹੈ। ਜੋ ਨਿਸ਼ਕਾਮ ਹੋ ਕਰ ਕਰਦਾ ਸੋ ਤਿਲ ਦਾ ਮਾਣ ਭਾਦ ਪਾਉਂਦਾ ਹੈ। ਪਾਤਸ਼ਾਹ ਫਰਮਾਉਂਦੇ ਨੇ, ਜੋ ਕੋਈ ਨਾਮ ਦਾ ਸਰਵਣ ਮਨਨ ਮਨ ਕੀਤਾ ਨਿਧਿਆਸਨ ਕਰਦਾ, ਭਾਵ ਸੁਣ ਕੇ ਮੰਨ ਲਿਆ, ਮੰਨ ਕੇ ਨਿਧਿਆਸਨ ਵਿਚਾਰ ਸਹਿਤ ਉਸ ਬੱਚੇ ਨੂੰ ਆਪਣੇ ਤਨ ਤੇ ਢਾਲਿਆ, ਉਹ ਕਾਰ ਕੀਤੀ, ਜਿਸ ਨੂੰ ਤਤ ਗਿਆਨ ਹੋ ਜਾਂਦਾ।
ਤਿਸ ਦਾ ਹੀ ਫਲ ਤਬ ਉਹ ਆਪਣੇ ਅੰਤਰ ਹਿਰਦੇ ਵਿੱਚ ਪ੍ਰਾਪਤ ਆਤਮ ਆਨੰਦ ਰੂਪ ਜੋ ਤੀਰਥ ਇਸ ਵਿੱਚ ਮਲ ਮਲ ਕੇ ਨਹਾਉਂਦਾ ਹੈ। ਭਾਵ ਆਤਮ ਆਨੰਦ ਦੇ ਵਿੱਚ ਉਹ ਮਗਨ ਰਹਿੰਦਾ ਹੈ। ਜੀਵ ਈਸ਼ਵਰ ਦਾ ਭੇਦ ਨਸ਼ਟ ਹੋ ਜਾਂਦਾ ਹੈ। ਮਲ ਰੂਪ ਜੋ ਸੰਸਾਰ ਰੂਪ ਨਦੀ ਹੈ, ਇਸੇ ਸ਼ਰਨ ਆਏ ਜਨਾਂ ਦੇ ਪਾਰ ਕਰਨੇ ਨੂੰ ਨੌਕਾ ਰੂਪ ਹੋ ਜਾਂਦਾ ਹੈ। ਅੰਤ ਸਕੰਡ ਵਿੱਚ ਹੀ ਪ੍ਰਾਪਤ ਜੋ ਆਤਮ ਤੀਰਥ ਇਸ ਦੇ ਇਸ਼ਨਾਨ ਸੇ ਮਲ ਵਖੇਵਾ ਵਰਨ ਨਹੀਂ ਰਹਿੰਦਾ। ਇਸ ਤੀਰਥ ਵਿੱਚ ਨਹਾਉਣੇ ਸੇ ਮਲ ਆਦਿਕ ਦੋਸ਼ ਨਾਸ ਹੋ ਜਾਂਦੇ ਨੇ। ਜਦੋਂ ਮਨੁੱਖ ਅੰਤਰਮੁਖੀ ਹੋ ਗਿਆ, ਪਾਤਸ਼ਾਹ ਅੱਗੇ ਬੇਨਤੀ ਕੀਤੀ। ਸਿੱਧ ਕਹਿਣ ਲੱਗੇ, ਸੱਚੇ ਪਾਤਸ਼ਾਹ ਜੀ, ਐਸੇ ਅਭੇਦ ਗਿਆਨ ਦਾ ਸਾਧਨ ਕੀ ਹੈ ਜਿਸ ਦਾ ਆਪ ਨੇ ਫਲ ਕਿਹਾ ਹੈ। ਫਿਰ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜਗਤ ਦੇ ਸਿਰਜਣਹਾਰ ਦਾਤਾ ਸਤਿਗੁਰੂ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਨੀ ਦਿਖਾਉਂਦੇ ਨੇ ਕਿ ਉਸ ਦਾਤੇ ਪ੍ਰਭੂ ਅੱਗੇ ਇਸ ਤਰ੍ਹਾਂ ਬੇਨਤੀ ਕਰਨੀ ਹੈ। ਸਭ ਗੁਣ ਤੇਰੇ ਮੈਂ ਨਾਹੀ ਕੋਇ, ਬਿਨ ਗੁਣ ਕੀਤੇ ਭਗਤ ਨਾ ਹੋਏ। ਹੇ ਅਕਾਲ ਪੁਰਖ ਮੇਰੇ ਪਰਵਰਦਗਾਰ, ਸਭ ਗੁਣ ਤੇਰੇ ਵਿੱਚ ਨੇ, ਮੇਰੀ ਵਿੱਚ ਤਾਂ ਕੋਈ ਵੀ ਗੁਣ ਨਹੀਂ ਹੈ। ਸਭ ਅਬ ਗੁਣ ਮੈਂ ਗੁਣ ਨਹੀਂ ਕੋਈ, ਸਾਰੇ ਗੁਣ ਤੇਰੇ ਵਿੱਚ ਨੇ, ਅਸੀਂ ਤਾਂ ਔਗਣ ਖਾਰੇ ਹਾਂ। ਸਭ ਗੁਣ ਤੇਰੇ ਮੈਂ ਨਾਹੀ ਕੋਈ, ਬਿਨ ਗੁਣ ਕੀਤੇ ਭਗਤ ਨਾ ਹੋਏ। ਇਹ ਸਿੱਧੋ ਇਸ ਨਿਮਰਤਾ ਰੂਪ ਗੁਣ ਧਾਰਨ ਕੀਤੇ ਬਿਨਾਂ ਭਗਤੀ ਨਹੀਂ ਹੁੰਦੀ। ਜੇ ਐਸੀ ਨਿਵਾਣਤਾ ਹੀ ਨਹੀਂ ਆਈ ਤੇ ਭਗਤੀ ਕਿਵੇਂ ਹੋਵੇਗੀ? ਕਿਵੇਂ ਉਸ ਪਰਮੇਸ਼ਰ ਪਰਵਰਦਗਾਰ ਦੀ ਯਾਦ ਵਿੱਚ ਜੁੜਿਆ ਜਾਵੇਗਾ ਜੇ ਹੰਕਾਰ ਗਰਭ ਹੋਵੇਗਾ? ਨਹੀਂ ਜੁੜਿਆ ਜਾਣਾ। ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਨਾਨਕ ਦੇਵ ਮਹਾਰਾਜ ਉਸ ਪਰਿਪੂਰਨ ਪਰਮਾਤਮਾ ਅੱਗੇ ਕਿਉਂਕਿ ਗਿਆਨ ਦਾ ਸਾਧਨ ਪੁੱਛਿਆ ਕਿ ਗਿਆਨ ਦਾ ਸਾਧਨ ਕੀ ਹੈ ਜਿਸ ਦਾ ਆਪਨੇ ਐਸਾ ਫਲ ਕਿਹਾ, ਉਹ ਗਿਆਨ ਕਿਵੇਂ ਮਿਲੇਗਾ? ਸਾਧਨ। ਪਾਤਸ਼ਾਹ ਉਸ ਸਾਧਨ ਪ੍ਰਤੀ ਇਹ ਬਚਨ ਕਹਿੰਦੇ ਨੇ ਕਿ ਉਸ ਦਾਤੇ ਪਰਵਰਦਗਾਰ ਅੱਗੇ ਬੇਨਤੀ ਅਰਜ਼ੋਈ, ਸੱਚੇ ਪਾਤਸ਼ਾਹ ਗਰੀਬ ਨਵਾਜ, ਸਭ ਗੁਣ ਤੇਰੇ ਮੈਂ ਨਾਹੀ ਕੋਏ। ਸਭ ਗੁਣ ਤੇਰੇ ਵਿੱਚ ਨੇ, ਮੇਰੇ ਵਿੱਚ ਤਾਂ ਕੋਈ ਵੀ ਗੁਣ ਨਹੀਂ। ਤੋ ਮਾਲਕ ਜਿਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ, ਮੈਂ ਨਿਰਗੁਣ ਆਰੇ ਕੋ ਗੁਣ ਨਾਖੀ, ਆਪੇ ਤਰਸ ਪਿਓਈ। ਮੇਰੇ ਤੇ ਤਰਸ ਕੀਤੀ ਮੇਰੇ ਵਾਹਿਗੁਰੂ ਨੇ, ਮੇਰੇ ਵਿੱਚ ਕੋਈ ਗੁਣ ਨਹੀਂ। ਆਪ ਨਿਰੰਕਾਰ ਦਾ ਰੂਪ ਇਸ ਸੋਝੀ ਬਖਸ਼ੀ ਹੈ, ਇਹ ਉਪਦੇਸ਼ ਬਖਸ਼ਿਆ ਹੈ ਜੋ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਸਮਝਾਉਂਦੇ ਨੇ। ਸਿੱਧਾਂ ਨੂੰ ਕਹਿੰਦੇ ਨੇ, ਸਿੱਧੋ ਬਿਨ ਗੁਣ ਕੀਤੇ ਭਗਤ ਨਾ ਹੋਏ। ਹੇ ਸਿੱਧੋ ਐਸੀ ਨਿਮਰਤਾ ਰੂਪੇ ਵੀ ਗੁਣ ਹੈ, ਨਿਵਾਣਤਾ ਨਿਮਰਤਾ ਦਾ। ਮੇ ਭਾਈ ਗੁਰਦਾਸ ਜੀ ਨੇ ਪਾਵਨ ਬਚਨ ਕਹੇ ਨੇ ਆਪਣੀਆਂ ਵਾਰਾਂ ਵਿੱਚ, ਕਰਕੇ ਨੀਚ ਸਦਾਵਣਾ ਤਾਂ ਪ੍ਰਭ ਲੇਖੈ ਅੰਦਰ ਪਾਵੈ। ਭਾਵੇਂ ਸਭ ਕੁਝ ਕਰਦਾ ਵੀ ਹੈ, ਫਿਰ ਵੀ ਕਹਿੰਦਾ ਮੈਂ ਨੀਚ ਮੈਂ ਤੁਛ ਖਾਂ। ਭਗਤ ਕਬੀਰ ਜੀ ਨੇ ਬਚਨ ਕਹਿ ਦਿੱਤੇ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਓ, ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਉ। ਮੈਂ ਤਾਂ ਰਾਮ ਦਾ ਕੂਕਰ ਖਾਂ, ਗਲੇ ਵਿੱਚ ਜੇਵਰੀ ਪਾਈ ਹੈ, ਜਿਵੇਂ ਖਿੱਚਦਾ ਉਵੇਂ ਚੱਲਦਾ ਖਾਂ। ਮੇਰੇ ਹੱਥ ਵਸ ਵਿੱਚ ਕੁਝ ਵੀ ਨਹੀਂ। ਸਿਕੰਦਰ ਬਾਦਸ਼ਾਹ ਨੂੰ ਕਹਿ ਦਿੱਤਾ ਸੀ ਐਲਾਨੀਆਂ, ਕਿਉਂਕਿ ਉਸ ਵਾਹਿਗੁਰੂ ਨੂੰ ਸਭ ਕੁਝ ਹੀ ਅਰਪਣ ਕਰ ਦਿੱਤਾ ਕਿ ਤੇਰਾ ਹੈ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇਰਾ ਤੁਝ ਕੋ ਸੌਂਪਤੇ ਕਿਆ ਲਾਗਿਆ ਹੈ ਮੇਰਾ ਪ੍ਰਭੂ, ਤੇਰਾ ਸੀ ਤੈਨੂੰ ਅਰਪਣ ਕਰ ਦਿੱਤਾ, ਮੇਰਾ ਤਾਂ ਕੁਝ ਨਹੀਂ। ਹੈ ਵੀ ਸਭ ਕੁਝ ਉਸ ਵਾਹਿਗੁਰੂ ਦਾਤੇ ਦਾ ਹੈ, ਪਰ ਮਨੁੱਖ ਨੂੰ ਅਗਿਆਨ ਅਵਿਦਿਆ ਦਾ ਪੜਦਾ ਇਹ ਮੰਨਣ ਵਿੱਚ ਨਹੀਂ ਆਉਂਦਾ।
ਆਪਣੇ ਆਪ ਨੂੰ ਕਰਤਾ ਮੰਨ ਲੈਂਦਾ ਕਿ ਮੈਂ ਕਰਤਾ, ਮੈਂ ਕੀਤਾ, ਮੈਂ ਕਰਾਂਗਾ, ਮੈਂ ਕਰਦਾ। ਪਰ ਪਾਤਸ਼ਾਹ ਫਰਮਾਉਂਦੇ ਨੇ ਗਿਆਨ ਦਾ ਸਾਧਨ ਹੀ ਇਹ ਹੈ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬੈਣ ਗੁਣ ਕੀਤੇ ਭਗਤ ਨਾ ਹੋਏ। ਐਸੇ ਗੁਣ ਧਾਰਨ ਤੋਂ ਬਿਨਾਂ ਭਗਤੀ ਨਹੀਂ ਹੁੰਦੀ, ਨਿਵਾਣਤਾ ਨਿਮਰਤਾ ਤੋਂ ਬਿਨਾਂ। ਪਾਤਸ਼ਾਹ ਅੱਗੇ ਬੇਨਤੀ ਕੀਤੀ, ਸਿੱਧ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ, ਜਗਤ ਦੀ ਉਤਪਤੀ ਰਚਨਾ ਸਦਗੁਣ ਤੋਂ ਹੋਈ ਹੈ ਜਾਂ ਨਿਰਗੁਣ ਤੋਂ ਹੋਈ ਹੈ? ਇਹ ਕਿਰਪਾ ਕਰੋ, ਸਾਨੂੰ ਦੱਸਣਾ ਕਰੋ। ਸਿੱਧਾਂ ਨੇ ਇਹ ਬੇਨਤੀ ਕਰ ਦਿੱਤੀ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਗੇ, ਸੱਚੇ ਪਾਤਸ਼ਾਹ, ਇਸ ਜਗਤ ਦੀ ਰਚਨਾ ਸਦਗੁਣ ਤੋਂ ਹੋਈ ਹੈ ਜਾਂ ਨਿਰਗੁਣ ਤੋਂ ਹੋਈ ਹੈ? ਪਾਤਸ਼ਾਹ ਫਰਮਾਉਂਦੇ ਨੇ, ਸੁਆਸਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਸੁਆਸ ਕਲਿਆਣ ਸਰੂਪ ਜੋ ਮਾਇਆ ਸਵਲ ਈਸ਼ਵਰ ਵਿਦਾ ਵਾਹਿਗੁਰੂ ਹੈ। ਸੁਆਸਤ ਆਥ ਬਾਣੀ ਬਰਮਾਓ, ਤੇ ਸੰਕਲਪ ਰੂਪ ਬਾਣੀ ਹੋਈ ਉਸ ਪਰਮੇਸ਼ਰ ਤੋਂ, ਉਸ ਨਿਰੰਕਾਰ ਦਾ ਫੁੱਲਣਾ ਫੁੱਲਿਆ ਕਿ ਇੱਕ ਤੋਂ ਅਨੇਕ ਹੋ ਜਾਵਾਂ, ਵੱਡਾ ਹੋ ਜਾ। ਉਸ ਨਿਰੰਕਾਰ ਨੂੰ ਇੱਛਾ ਹੋਈ। ਸਤ ਸੁਹਾਣ ਸਦਾ ਮਨ ਚਾਓ, ਕਿ ਇੱਕ ਤੋਂ ਮੈਂ ਬਹੁਤ ਹੋ ਜਾਵਾਂ। ਤੇ ਫਿਰ ਬ੍ਰਹਮਾ ਜੀ, ਵਿਸ਼ਨੂੰ ਜੀ, ਮਹੇਸ਼ ਆਦਿਕ ਸਾਰਾ ਪ੍ਰਪੰਚ ਹੋਇਆ। ਸੋ ਪਰਮਾਤਮਾ ਵਾਸਤਵ ਤੇ ਸਤ ਹੈ, ਅਸਤ ਨਹੀਂ। ਸਤ ਚਿਤ ਆਨੰਦ, ਉਹ ਸਦੀਵੀ ਹੈ, ਸਦਾ ਹੈ, ਪਿੱਛੇ ਵੀ ਸੀ, ਹੁਣ ਵੀ ਹੈ, ਅੱਗੇ ਵੀ ਹੋਵੇਗਾ। ਸੁਹਾਣ ਚੇਤਨ ਰੂਪ ਹੈ, ਸਦਾ ਮਨ ਚਾਓ, ਸਦਾ ਹੀ ਸ਼੍ਰੋਮਣੀ ਆਨੰਦ ਸਰੂਪ ਮੇਰਾ ਵਾਹਿਗੁਰੂ ਹੈ। ਫਿਰ ਸਿੱਧਾਂ ਨੇ ਬੇਨਤੀ ਕੀਤੀ, ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁਤੀ ਮਾਹੋ, ਕਵਣ ਜਿਤ ਹੋ ਆਇਆਕਾਰ। ਸਿੱਧਾਂ ਨੇ ਪੁੱਛਿਆ, ਸੱਚੇ ਪਾਤਸ਼ਾਹ, ਜਦੋਂ ਜਗਤ ਦੀ ਰਚਨਾ ਹੋਈ ਉਹ ਵੇਲਾ ਕਿਹੜਾ ਸੀ, ਉਹ ਵਕਤ ਕਿਹੜਾ ਸੀ, ਉਹ ਥਿਤ ਕਿਹੜੀ ਸੀ, ਉਹ ਰੁੱਤ ਕਿਹੜੀ ਸੀ, ਮਹੀਨਾ ਕਿਹੜਾ ਸੀ ਜਦੋਂ ਜਗਤ ਦੀ ਰਚਨਾ ਹੋਈ? ਸਿੱਧ ਬੜੇ ਬੁੱਧੀਮਾਨ ਵਿਦਵਾਨ ਸਨ। ਜਦੋਂ ਪੁੱਛਣਾ ਕੀਤਾ ਗੁਰਦੇਵ ਗੁਰੂ ਨਾਨਕ ਪਾਤਸ਼ਾਹ ਜੀ ਨੂੰ, ਜਿਸ ਸਮੇਂ ਪ੍ਰਪੰਚ ਹੋਇਆ ਤਬ ਸਮਾਂ ਵੇਲਾ ਕਿਹੜਾ ਸੀ, ਕਿਹੜਾ ਵਕਤ ਸੀ? ਵੇਲਾ ਹਿੰਦੂ ਕਹਿੰਦੇ ਨੇ, ਮੁਸਲਮਾਨ ਵਕਤ ਕਹਿੰਦੇ ਨੇ। ਕਿਹੜੀ ਥਿਤ ਸੀ, ਦਿਨ ਕਿਹੜਾ ਸੀ, ਰੁੱਤ ਕਿਹੜੀ ਸੀ, ਮਹੀਨਾ ਕਿਹੜਾ ਸੀ? ਇਹ ਸਵਾਲ ਕਰ ਦਿੱਤੇ ਸਿੱਧਾਂ ਨੇ। ਫਿਰ ਪਾਤਸ਼ਾਹ ਜਗਤ ਦੇ ਮਾਲਕ ਗਰੀਬ ਨਵਾਜ਼ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਾਵਨ ਬਚਨ ਕਹੇ, ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਕਤ ਨ ਪਾਇਓ ਕਾਦੀਆਂ, ਜੇ ਲਿਖਨ ਲੇਖ ਕੁਰਾਨ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮੋਹ ਨਾ ਕੋਈ, ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ। ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਸਿੱਧੋ, ਤਿਸ ਸਮੇਂ ਨੂੰ ਨਾ ਤਾਂ ਕੋਈ ਵਿਆਸ ਆਦਿਕ ਪੰਡਤਾਂ ਨੇ ਪਾਇਆ, ਵੱਡੇ ਲਿਖੀ ਹੋਏ ਨੇ ਵਿਆਸ, ਜੇ ਪਾਇਆ ਹੁੰਦਾ ਰਾਣਾ ਵਿੱਚ ਲਿਖਿਆ ਹੁੰਦਾ। ਮੁਹੰਮਦ ਆਦਿਕ ਪੈਗੰਬਰਾਂ ਨੇ ਵੀ ਸਮਾਂ ਨਹੀਂ ਪਾਇਆ ਕਿ ਸਮਾਂ ਕਿਹੜਾ ਸੀ। ਜੇ ਪਾਇਆ ਹੁੰਦਾ ਤਾਂ ਲਿਖਣ ਸਾਥ
ਪੁਰਾਣ ਦੇ ਵਿੱਚ ਲਿਖਿਆ ਹੁੰਦਾ। ਜੋਗੀ ਪ੍ਰਾਣਾਯਾਮ ਵੀ ਥਿਤ ਦਿਨ ਰੁੱਤ ਤੇ ਮਹੀਨਾ ਨਹੀਂ ਜਾਣ ਸਕਦੇ। ਗੁਰੂ ਨਾਨਕ ਦੇਵ ਮਹਾਰਾਜ ਸਿੱਧਾਂ ਨੂੰ ਕਹਿਣ ਲੱਗੇ, ਜੋ ਜੋਗੀ ਨੇ 10ਵੇਂ ਦਵਾਲ ਤੇ ਸਵਾਸ ਲੈ ਜਾਂਦੇ ਨੇ ਪ੍ਰਾਣਾਯਾਮ, ਉਹ ਵੀ ਥਿਤ ਦਿਨ ਰੁੱਤ ਮਹੀਨਾ ਨਹੀਂ ਜਾਣ ਸਕਦੇ। और भी कोई नहीं जान सकता, क्योंकि उस समय कोई भी नहीं सी, एक परमेश्वर मेरा वाहिगुरु आप सी, कोई दूजा है ही नहीं सी, किवें जानेगा। पातशाह कहन लगे, जा करता सिरठी कौ साजे आपे जाने सोई। ये सिद्धो ਉਹ ਵਕਤ, ਉਹ ਸਮਾਂ, ਉਹ ਦਿਨ, ਉਹ ਰੁੱਤ, ਮਹੀਨਾ ਜਬ ਕਰਤਾ ਪੁਰਖ ਸੇਠੀ ਦੀ ਰਚਨਾ ਨੂੰ ਰਚਦਾ, ਤਬ ਉਸ ਸਮੇਂ ਨੂੰ ਸੋਈ ਕਰਤਾ ਪੁਰਖ ਹੀ ਜਾਣਦਾ ਹੈ, ਦੂਜਾ ਨਹੀਂ ਜਾਣਦਾ। ਕਿਉਂਕਿ ਕਾਰਨ ਖਾਰ ਉਹ ਦਾਤਾ ਆਪ ਹੈ, ਕੋਈ ਦੂਜਾ ਹੈ ਹੀ ਨਹੀਂ। ਉਹ ਕਿਸੇ ਤੋਂ ਸਲਾਹ ਨਹੀਂ ਕਰਦਾ। ਕਰਨ ਲੱਗੇ ਬੀਓ ਪੁੱਛਣਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੈ। अपने आप करता वो ऐसा दाता। केव कर आखा केव सारा की, क्यों वारनी केव जानो। नानक आखन सब को आख, एक दू एक सियाणा। वड्डा साहिब वड्डी नाई, कीता जा का होवे। नानक जे को आपो जाने, अगे ज्ञाना सोवे। पातशाह फरमाउंदे ने, सिद्धो तिस प्रभु दे उत्पत्ति प्रकार नूं किस तरह कथन करिए कि कदों रचना कीती, किहड़ा वक्त समा महीना थित, तिसदे पालना करने दे प्रकार नूं किस तरह वर्णन किया जाए, किस प्रकार जाने कि इस तरह सिंगार करदा, मैं तिसदी उपमा किवें करां। पातशाह कहन लगे, सिद्धो आख्यान कथा प्रसंग कहने नूं सब एक ते एक वड्डा बन के कहंदा है। कथा प्रसंगां नूं एक तो एक वड्डा बन के व्याख्यान करता है, परंतु उस दाते मेरे प्रभु दा कोई अंत नहीं पा सकता। यही जानो जैसा वड्डा साहिब है, तैसी वड्डी उसदी वड्याई साहिबी है। जैसा वड्डा साहिब उस तैसी वड्डी उसदी वड्याई, क्योंकि दात भी वड्डी दाता भी वड्डा। जे वड्याप ते वड तेरी दात, क्योंकि वड्डा मालिक है कि जिसदा कीता हो सकदा सत संकल्प है। जो कोई अपने आप नूं जानदा, यो समझदा कि मैं कह सकदा हाँ, सब काम कर सकदा हाँ, ऐसा हंकारी अगे परलोक विच जाके शोभा नहीं पाउंदा। भावे कि नीच गति नूं जांदा है जे कोई आखे हंकार करके। पातशाह अगे बेनती की, गुरु नानक देव महाराज जी ने सिद्ध कहन लगे, सच्चे पातशाह इस रचना विच तो सत पताल सत आकाश ऐसा निजम कीता है। फिर पृथ्वी का 49 करोड़ जोजन पर्वत आदिकां दा भी प्रमाण किया। तुसी कहते हो कि कोई भी नहीं कह सकता, ये किवें जानिया जावे। तुसी ये बचन कहे ने कि कोई नहीं जान सकता। सत पताल सत आकाश ऐसा निजम किया है। फिर पातशाह ने पावन बाणी उचारी, बचन कहन लगे, पाताला पाताल लख
आगासा आगास, ओढ़क ओढ़क पाल थके, वेद कहन एक बात, सहस 18 कहन कतेवा, असलू एक दात। जगत दे मालिक गरीब नवाज गुरु नानक देव महाराज जिसमें बगदाद गए, बाहर डेरा लाया पातशाह नदी दे किनारे, अमृत वेला पहराज रहंदे आ। अमृतमयी बाणी का जाप किया गुरुदेव ने, श्री जपजी साहिब जी का पाठ। बगदाद पीर का सेवक वेला जिसने सुन लिया, क्योंकि 14 तबक मनते सन कि लखा पताल आकाश पे राग भी गाया, बना ही सी राग दी। पीर नूं दसिया जाके सेवक ने पत्थर मारन का हुक्म दे दिता, बड़ा लाल पीला। पर पातशाह जगत दे मालिक दो खलकत आई मान, सबना दे हथ उत्थे ही खलोए गए। तकिया निगाह नाल गुरदेव ने जड़ वाला, फिर पीर आप उन्होंने ठीक किया। वाला फिर बाहां उत्थे ही खलोतियां रहियां, फिर कोई पीर का वल ना चले। सतगुरां दे चरणों विच आया, बेनती की कि तुसां ने लखा पताल आकाश कहे ने, झूठ है सच नहीं। पातशाह कहन लगे, पीर जी जिन्हां दी अवस्था इन्नी है 14 तक तबक ने, उन्होंने 14 तक पता है। सत आकाश पताल, सत आकाश सत पताल। जे तेनू नहीं पती तेनू दिखा देंदे खां। और राग प्रति भी पातशाह ने फिर बचन किए कि राग वो माड़ा जो माड़े गंदे गीत हो। राग माड़ा नहीं, राग विच चित जुड़ जाता है। उस सच्चे परमेश्वर के गुण गाए जावन, सुते मन जुड़ता है। कल जुग मह कीर्तन प्रधाना, गुरमुख जपीए लाए ते। प्रधानगी कीर्तन नूं बख्शी सतगुरां ने। पातशाह नूं कहन लगा, पीर सच्चे पातशाह तेरा शरीर तां बिरध है, मैं अपने सुपुत्र नूं भेजदा। पातशाह कहन लगे, सुपुत्र नूं भेज दे, कोई फर्क नहीं। फिर सतगुरु गए, लखा पताल आकाश ने बेनती की गरीब नवाज पातशाह, मैं तो थक गया। पातशाह कहन लगे, एक जगह संगत अड़ीक रही, आपां उत्थे चलदे हां, फिर उस तो बाद वापस होवांगे। पातशाह गए, संगत अड़ीक रही। पातशाह ने उपदेश दिता, संगतां नूं निहाल कीता, कड़ाह प्रसाद वरताया गया। अचरौल फिर कड़ाह प्रसाद दा पीर दे सुपुत्र नूं दिता कि नाल लैके चले। फिर नेत्र मीचे, नेत्र खोले, पहुँच गए पीर पास। अचरज हो गया, पीर सुन के वालता चरना ते ढह पिया गुरु नानक देव महाराज जी दे। क्योंकि वो ऐसा मालिक गुरु नानक आप अकाल पुरख, निरंकार दा स्वरूप, जो बाबा जी ने बड़ियां बख्शिशां कर दी कि आप ही अकाल पुरख गुरु नानक दे रूप विच आया है। जो सतगुरु पातशाह सिद्धा नूं ये बचन कहते हैं कि सिद्धो लखा ही पतालों के नीचे पताल ने, लखा ही आकाशा से ऊंचे आकाश ने। आकाश उपलकर आकाशवासी लोग महल जाने आरक पुलाड़, पर पुलाड़ नहीं हो सकता। आकाश नाम पौल दा की। दूसरा ये प्रकार के परमेश्वर दे एक एक रोम विच कोटान कोट ब्रह्मांड ने। वो परमेश्वर सबना दे हिरदे विच बैठा। परमेश्वर दे एक एक रोम विच कोटान कोट ब्रह्मांड ऐसा था। इस शरीर से तो आशंका ही नहीं हो सकती कि ओढ़ कीती ओढ़ का नाम अंत।
तो अंत ना तो सृष्टि का ओढ़क अंत है, ना करते दा अंत है। बल ला के भाल के थक चुके ने, तो भी उस वाहे गुरु का भाई अंत ना मिलिया। 4 वेद सहंस ऋषि मुनि, 18 पुराण किताबां, रेत अंजील कुरान जंबूर, ये सब मिल के एक बात कहते ने। की कहते ने? असलू कही है, वास्तव ते एक परमात्मा सत है, सब कहते हैं। सहज 18 हैं कहन कतेबा, असलू एकता। कि परमात्मा सत है वास्तव ते, होर नाम रूप सब धा जान वाला, धा जान वाला माया रूप, ये सब मिथ्या जगत है। कूड़ राजा कूड़ परिजा, कूड़ सब संसार। लेखा होए ता लिखिए, लेखे हुए विनाश। नानक बड़ा आखिए, आपे जाने आप। पातशाह फरमाउंदे ने गुरु नानक देव महाराज जी, हे सिद्धो जेकर गिणती होवे तब लिखिया जावे, क्योंकि गिणती है ही नहीं, किवें लिखिया जावेगा। जिसका कोई पारावार ओढ़क बन्ना ही नहीं, उसकी माया का जगत का ओढ़क बन्ना नहीं, पर उस दाते का कौन पावेगा? वो ऐसा दाता कोई अंत है ही नहीं, गिनती नहीं हो सकती। अकाल पुरख तो अलेख है, जो वस्तु लेखे विच हुंदी उसका नाश हो जाता है। वो तो अलेख है, वो गिनती विच नहीं। वो परमात्मा बड़ा कहीदा है, सो अपने नू आप ही जानदा है। नानक बड़ा आखी है, आपे जाने आप। साला ही साला एती सुरत ना पाइया, नदियां अतैवा पवह समुंद ना जानिया। पातशाह फरमाउंदे ने, हे सिद्धो उस्तत करने जोग जो अकाल पुरख की उस्तति तो सबना ने की है। गुण गाए ने प्रभु दे अकाल पुरख दे, सलाहने जोग जो रब दे जन संत महात्मा ने, तिन्हां ने भी उस्तति उस दाते प्रभु की की। तो उसकी इतनी महिमा वड़ियाई भावे कि ज्ञात उन्होंने भी प्राप्त नहीं हुई, इनता दा विखे नहीं होया। जैसे नदियां नाले सब समुद्र विच पै जाते ने, पर समुद्र के अंत नूं नहीं जान सकते। समुद्र का रूप हो गए, पर समुद्र का अंत ना जान सके। जे कौन नदियां दा जल, कौन नालियां दा जल, सब समुद्र ही है, बख नहीं हो सके। समुद्र विच पै के एक रूप हो गए। ज्यों जल मह जल आए खटाना, त्यों ज्योति संग जोत समाना। रब दे जन रब नाल मिल के एक हो गए, वो कह ना सके। कहो कबीर गूंगा गुड़ खाया, पूछे ते क्या कही, वो कह नहीं सकते। जी भांत संत ब्रह्म रूप हो जाते ने, तत्वेती महात्मा ब्रह्म ज्ञानी, वो एक हो गए उस दाते प्रभु नाल, पर उसका अंत नहीं दस सकते। समुंद साहा सुल्तान, गिरहा सेती माल धन। कीड़ी तुलना होवनी, जे तिस मनो ना विसरै। पातशाह फरमाउंदे ने, सिद्धो सो समुंदर वत शाह सुल्तान पातशाहां दा पातशाह अकाल पुरख है मेरा वाही, जो तिसनू मनो नहीं वसालते, मनो नहीं वसालते, सो तां ब्रह्म रूप ही हो जाते ने पाए। ब्रह्म जिन्हां ने नहीं विसारिया, गिरखा इंदर समान माल धन होवे भाव। इंद्र पदवी वर्गा चक्रवर्ती राजा होवे बड़ा,
धन पदार्थ हो और पर्वता सरीखा होवे, सो कीड़ी दे तुल ओह निहकिंचन संतां दे बराबर नहीं हो सकता। जो संत ते सवाहे गुरु दे वो मन से नहीं विसारदे, संत रब दे जाने। इस सवाहे गुरु नूं मन सो भुलाउंदे नहीं, रब दे जाने। बहुत विभूति वाला एक गृहा नाम अहंकारी पातशाह सी, बड़ा चक्रवर्ती राजा सी, धन पदार्थ बड़े सन राजे। सो दिग्विजय करने वास्ते चलिया ते इसदा अहंकार दूर करने वास्ते परमेश्वर ने एक चमत्कार दिखा दिता। जिथे जाके उसने डेरा किया, एक कीड़ी तहां आके कहन लगी कि हे बादशाह मेरा न्योता मन। बादशाह ने तिसनूं कहा कि तू तुच्छक है, मैनू न्योता करेगी, कैसे कर सकते। 92 कूणिया राजा सी, उसदा रादर किया कीड़ी का, क्योंकि कीड़ी का राज चलता सी। जिसने अपने अनुसारी कीड़ियां से बिना पातशाह ते उस सबना नूं जहरीली वस्तु संघा के मूर्छता कर दिता। कीड़ी ने हुक्म दिता कीड़ियां नूं पताल में जाओ, विख लियाओ। तत्काल सारी सेना मूर्छत हो गई, केवल राजा ही संजीत रहा। फिर राजे ने दीन होके न्योंदा मन लिया कि बेनती की मेरी सेना संजीत हो जाए। फिर कीड़ी ने सब नूं संजीवनी बूटी संघा के जिंदा कर दिता कि इस जगह खोदो खोद के ताहां ते अनेक प्रकार के भोजन घाह देण दे लैकर प्रसन्न हो। और पातशाह ने कहा कि भोजन तो बहुत उत्तम सी, परंतु बेहे मलूम होते सी भोजन। तब कीड़ी ने कहा कि एक पातशाह अगे आया सी राजन, उसका बचिया होया भोजन पिया सी, सो हुण आप नूं ओह छकाया। क्योंकि तुहाडे थोड़े समाज वास्ते नवा भोजन क्या तैयार करना सी कि थोड़ा समाज सी थोड़ा। इस बात नूं सुन के गृहा राजे ने अवमान उसका हंकार दूर हो गया कि एक कीड़ी इतने बड़े बड़े पातशाह जिथे आउंदे भोजन छकाउंदी है, अंबार लगे पे सी अनाज दे घोड़ियां दे पट्ठियां दे। जो पातशाह गुरु नानक देव महाराज जी भी उस कीड़ी के राज विच गए सी। भाई बाले वाली सौ साखी विच जिक्र आया, गुरां ने ये बख्शिशां कीतियां ने साखी। भाई मर्दाने ने यह कौतुक देखिया तकिया भी सतगुरां ने दसिया ते 92 कूणिया राजा आया। इस तरह फिर उसका हंकार दूर होया। ऐसे राजा जो पातशाह गुरु नानक देव महाराज जी बचन कहते ने, भाई समुंद साह सुल्तान गिरहा सेती माल धन, कीड़ी तुल ना होवनी जे तिस मन हो ना विसर। वो कीड़ी दे तुल भी इतना बड़ा चक्रवर्ती राजा क्यों ना हो, कीड़ी सम गरीब हो तुच्छ हो, और राजा भी उसके अगे तुच्छ है। क्योंकि वह मालिक परमेश्वर का जिथे नाम है उतना पातशाह का पातशाह है। राजा सगरी सृष्ट का हर नाम मन पिंदा, जिसका खिरदा भेजिया वह तो सृष्टि का राजा, जगत के राजे तो तुच्छ राजे। कि पुरुष नूं किसी पदार्थ का हंकार नहीं करना चाहिए। खरी का भजन करने ते वडियाई मिलती, सो भजन विच तत्पर रखे, बंदगी करे। अंत न सिफती कहण ना अंत, अंत न करन देण ना अंत। पातशाह फरमाउंदे ने, हे सिद्धो ना तो तिस अकाल पुरख दा अंत है, ना तिसदी उस्तति करन वालियां दा ही अंत है।
ਕਰਨੇ ਵਾਲਿਆਂ ਕਰਤਬਾਂ ਦਾ ਭਾਵ ਪ੍ਰਪੰਚ ਦੀ ਰਚਨਾ ਆਦਿਕ ਦਾ ਵੀ ਅੰਤ ਨਹੀਂ ਹੈ। ਜਪ ਤਪ ਆਦਿਕ ਜੋ ਕਰਨੇ ਵਿੱਚ ਆਉਂਦੇ ਨੇ ਤਿਨਾਂ ਦਾ ਵੀ ਕੋਈ ਅੰਤ ਨਹੀਂ। ਜਪੀ ਤਪੀ ਬੜੇ ਨੇ ਜੋ ਜੀਵਾਂ ਨੂੰ ਦਾਨ ਦਿੰਦੇ ਨੇ ਉਹਨਾਂ ਦਾ ਵੀ ਕੋਈ ਅੰਤ ਨਹੀਂ, ਦਾਤਿਆਂ ਦਾ ਵੀ ਕੋਈ ਅੰਤ ਨਹੀਂ। ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ। ਪਾਤਸ਼ਾਹ ਫਰਮਾਉਂਦੇ ਨੇ ਉਹਦੇ ਦੇਖਣ ਖਾਰੇ ਗਿਆਨੀਆਂ ਦਾ ਵੀ ਅੰਤ ਨਹੀਂ ਆਉਂਦਾ, ਸਰਵਣ ਕਰਨ ਖਾਰੇ ਜਗੀਸ਼ਰਾਂ ਦਾ ਵੀ ਅੰਤ ਨਹੀਂ ਜਾਣਿਆ ਜਾਂਦਾ। ਸੋ ਅਕਾਲ ਪੁਰਖ ਦੇ ਮਨ ਵਿੱਚ ਕਿਆ ਮੰਤਰ ਸਲਾਹ ਹੈ। ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਜੜ ਜੰਗਮ ਰੂਪ ਜੋ ਸੇਟੀ ਦਾ ਆਕਾਰ ਇਸ ਦਾ ਵੀ ਅੰਤ ਨਹੀਂ ਜਾਣਿਆ ਜਾਂਦਾ, ਔਰਾਦ ਪਾਦ ਦਾ ਵੀ ਅੰਤ ਨਹੀਂ ਜਾਣਿਆ ਜਾਂਦਾ। ਪਾਤਸ਼ਾਹ ਫਰਮਾਉਂਦੇ ਨੇ ਅੰਤ ਕਾਰਨ ਕੇਤੇ ਬਿਲ ਲਾਹੇ, ਤਾਕੇ ਅੰਤ ਨਾ ਪਾਏ ਜਾਗੇ। ਗੁਰੂ ਨਾਨਕ ਦੇਵ ਮਹਾਰਾਜ ਜੀ ਸਿੱਧਾਂ ਨੂੰ ਕਹਿਣ ਲੱਗੇ, ਸਿੱਧੋ ਉਸ ਦਾਤੇ ਪਰਵਤਗਾਰ ਦਾ ਅੰਤ ਲੈਣ ਵਾਸਤੇ ਕਿਤਨੇ ਜੀਵ ਰੁਦਨ ਕਰਦੇ ਨੇ, ਬਦਲਾਵ ਕਰਦੇ ਨੇ ਕਿ ਅਸੀਂ ਅੰਤ ਪਾ ਲਈਏ, ਪਰ ਤਿਸ ਅਕਾਲ ਪੁਰਖ ਦੇ ਗੁਣਾਂ ਦੇ ਅੰਤ ਇਸੇ ਨਹੀਂ ਪਾਏ ਜਾਂਦੇ, ਕੋਈ ਅੰਤ ਨਹੀਂ ਪਾ ਸਕਿਆ। ਏਓ ਅੰਤ ਨਾ ਜਾਣੈ ਕੋਇ, ਬਹੁਤਾ ਕਹੀਐ ਬਹੁਤਾ ਹੋਏ। ਇਹੋ ਹੀ ਅੰਤ ਹੈ, ਐਸੇ ਕੋਈ ਨਹੀਂ ਜਾਣਦਾ। ਜਿਤਨਾ ਬਹੁਤ ਕਹੀਏ ਤਿਤਨਾ ਹੀ ਕਹਿਣੇ ਵਾਸਤੇ ਬਹੁਤ ਹੋ ਜਾਂਦਾ ਹੈ। ਸਾਰਾ ਕਹਿਣੇ ਵਿੱਚ ਹੀ ਆਉਂਦਾ ਕੀ ਨਹੀਂ। ਸ਼ੇਸ਼ ਨਾਗ ਰੇਖੀ ਨਿਤ ਨਵਾਂ ਸਹੰਸਰ ਨਾਮ ਜਪਦਾ, ਪਰ ਅੰਤ ਨਾ ਪਾ ਸਕਿਆ ਉਸ ਪ੍ਰਭੂ ਤੇ ਪ੍ਰਭੂ ਦੇ ਨਾਮ ਦਾ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਪਾਤਸ਼ਾਹ ਫਰਮਾਉਂਦੇ ਨੇ ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਕਿ ਉਹ ਸਾਹਿਬ ਹੀ ਵੱਡਾ ਉੱਚਾ ਹੈ, ਉਸਦਾ ਸੱਚਖੰਡ ਬੈਕੁੰਠ ਧਾਮ ਵੀ ਵੱਡਾ ਉੱਚਾ। ਬੈਕੁੰਠ ਧਾਮ ਕਿਸ ਨੂੰ ਆਖਿਆ? ਬੈਕੁੰਠ ਨਗਰ ਜਹਾਂ ਸੰਤ ਵਾਸਾ, ਤੇ ਰੱਬ ਦੇ ਜਨਾਂ ਦਾ ਵਾਸਾ ਬੈਕੁੰਠ ਧਾਮ ਹੈ। ਸਭ ਤੋਂ ਉੱਚਾ ਵੱਡਾ ਸੱਚਖੰਡ ਜਿੱਥੇ ਨਿਰੰਕਾਰ ਬੈਠਾ, ਸਭ ਤੇ ਪਰੇ ਗੀਤਾ ਵਿੱਚ ਵੀ ਲਿਖਿਆ ਹੈ, ਇਹ ਜ਼ਿਕਰ ਹੀ ਆਉਂਦਾ ਹੈ ਕਿ ਜਹਾਂ ਪਹੁੰਚ ਕਰਕੇ ਫਿਰ ਗਿਰਦਾ ਨਹੀਂ, ਸੋ ਮੇਰਾ ਪਰਮ ਧਾਮ ਹੈ। ਗੀਤਾ ਵਿੱਚ ਵੀ ਲਿਖਿਆ ਹੈ। ਜੋ ਉੱਪਰ ਕਹਿ ਆਏ ਨੇ ਇਹ ਸਭ ਉੱਚਿਓਂ ਸੀ ਉੱਚਾ ਪ੍ਰਭੂ ਦਾ ਨਾਮ ਹੈ। ਸਭ ਉੱਚਿਆਂ ਤੋਂ ਉੱਚਾ ਉਸ ਵਾਹਿਗੁਰੂ ਦਾ ਨਾਮ, ਉੱਚੇ ਉੱਪਰ ਉੱਚਾ ਨਾਉ, ਜਿਸ ਨਾਮ ਦਾ ਕੋਈ ਮੁੱਲ ਹੀ ਨਹੀਂ। ਸਾਈਂ ਨਾਮ ਅਮੋਲ ਕੀਮ ਨਾ ਕੋਈ ਮਾਣ ਦੋ, ਸਾਈਂ ਨਾਮ ਅਮੋਲ ਕੀਮ ਨਾ ਕੋਈ ਮਾਣ ਦੋ। ਜਿੰਨਾ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਣ ਦੋ। ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਣ ਦੋ। ਤੇ ਵੱਡੇ ਭਾਗ ਉਹਨਾਂ ਦੇ ਰੰਗ ਮਾਣਿਆ, ਆਨੰਦ ਲਿਆ, ਪਰ ਕੀਮਤ ਨਹੀਂ ਕੋਈ ਪਾ ਸਕਿਆ। ਰਾਜੇ ਜਨਕ ਨੇ ਨਰ ਖਾਲੀ ਕਰਾ ਦਿੱਤੇ, ਪਰ ਤੱਕੜ ਦਾ ਪਾਸਕੂ ਵੀ ਨਹੀਂ ਹੋਇਆ। ਇੱਕ ਨਾਮ ਹੀ ਧਰਿਆ ਸੀ, ਗਹਿਣੇ ਧਰੇ ਉਹਨ ਇੱਕ ਨਾਉ, ਪਾਪਾਂ ਨਾਲ ਕਰੇ ਨਿਰਜਾਸੀ। ਪਰ ਸੰਗ ਪਾਪ ਨਾ ਪੂਜਨੀ, ਗੁਰਮੁਖ ਨਾਉ ਅਤੁਲ ਨਾ ਉਲਾਸੀ। ਨਰਕੋਂ ਛੁੱਟੇ ਜੀ ਜੰਤ, ਕੱਟੀ ਗਲੋਂ ਸਿਲਕ ਜਾਉ ਫਾਸੀ। ਗਲਾਂ ਵਿੱਚ ਫਾਈਆਂ ਪਈਆਂ ਸਭ ਕੱਟੀਆਂ, ਮੁਕਤ ਜੁਗਤ ਨਾਵੇ ਕੀ ਦੱਸ। ਇਹ ਤਾਂ ਨਾਮ ਦੀਆਂ ਦੱਸੀਆਂ। ਰਾਜਾ ਜਨਕ ਵੱਡਾ ਭਗਤ ਹੋਇਆ, ਵੱਡਾ
ਤਾ ਭਗਤ ਰਾਜਾ ਜਨਕ ਹੈ ਗੁਰਮੁਖ ਮਾਇਆ, ਵਿੱਚ ਹੀ ਉਦਾਸੀ ਦੇਵ ਲੋਕ ਨੂੰ ਚੱਲਿਆ, ਗਣ ਗੰਧਰਵ ਸਭਾ ਸੁਖ ਵਾਸੀ। ਕੈਸਾ ਰਾਜਾ, ਰਾਜਾ ਜੋਗੀ, ਜੋ ਭਗਤਾਂ ਨੇ ਕਹਿ ਦਿੱਤਾ ਧੰਨ ਧੰਨ ਰਾਜਾ ਜਨਕ ਹੈ, ਜਿਨ ਸਿਮਰਨ ਕੀਓ ਬਵੇਕ, ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਇੱਕ ਨਾਮ ਨੇ ਅਨੇਕਾਂ ਨੂੰ ਧਾਰ ਦਿੱਤਾ ਕਿ ਮਨੁੱਖ ਜੇ ਤੂੰ ਜਪੇਗਾ ਕਿਉਂ ਨਾ ਤਰੇਗਾ। ਨਰਕ ਖਾਲੀ ਹੋ ਗਏ, ਗਲਾਂ ਚੋਂ ਫਾਹੀਆਂ ਲੈ ਗਏ। ਇੱਕ ਪਰਮੇਸ਼ਰ ਦਾ ਨਾਮ, ਜਿਸ ਨਾਮ ਦਾ ਕੋਈ ਮੁੱਲ ਹੀ ਨਹੀਂ। ਜੋ ਪਾਤਸ਼ਾਹ ਫਰਮਾਉਂਦੇ ਨੇ ਉੱਚੇ ਉੱਪਰ ਉੱਚਾ ਨਾਉ, ਐਸਾ ਨਾਮ ਉਸ ਦਾਤੇ ਦਾ ਜਪਣਾ ਕਰੀਏ। ਏ ਵੱਡ ਉੱਚਾ ਹੋਵੈ ਕੋਇ, ਤਿਸ ਉੱਚੇ ਕੋ ਜਾਣੈ ਸੋਏ। ਪਾਤਸ਼ਾਹ ਪਾਵਨ ਬਚਨ ਕਹਿੰਦੇ ਨੇ, जब इतना बड़ा ऊंचा कोई होवे, ऐसी अवस्था का मालिक बन जावे। ऊंची अवस्था भाव तिस ऊंचे अकाल पुरख दे भेद नूं जान लवे, भावे कि ना कोई उसके बराबर है, ना कोई उसके भेद नूं इंता करके जान सकता। ਏਵਡ ਉੱਚਾ ਹੋਵੈ ਕੋਇ, ਤਿਸ ਉੱਚੇ ਕੋ ਜਾਣੈ ਸੋਇ। ਦੇ ਭੇਦ ਨੂੰ ਕੋਈ ਜਾਣ ਹੀ ਨਹੀਂ ਸਕਿਆ। ਇਹ ਕੋਈ ਐਸੀ ਅਵਸਥਾ ਦਾ ਮਾਲ, ਜਿਵੇਂ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਉਹ ਜਾਣਦਾ ਹੈ, ਦੂਜਾ ਨਹੀਂ, ਪਰ ਉਹ ਦੱਸ ਨਹੀਂ ਸਕਦਾ। ਇੱਕ ਹੋ ਗਿਆ ਜਿਵੇਂ ਨਾਲੇ ਨਦੀਆਂ ਸਮੁੰਦਰ ਵਿੱਚ ਪੈ ਕੇ ਸਮੁੰਦਰ ਦਾ ਰੂਪ ਹੋ ਜਾਂਦੇ ਨੇ। ਇਹ ਪਾਤਸ਼ਾਹ ਦੇ ਬਚਨ ਨੇ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਉਹ ਕਰਤਾ ਹੈ ਸ੍ਰਿਸ਼ਟੀ ਦਾ, ਕਰਤਾ ਪੁਰਖ ਤੇ ਇੱਕ ਬ੍ਰਹਮ ਗਿਆਨੀ ਇੱਕ ਹੋ ਗਏ। ਵੀ ਭਗਤ ਕਬੀਰ ਜੀ ਨੇ ਪਾਵਨ ਬਚਨ ਕਹੇ ਨੇ, ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ, ਦੋਨੋਂ ਭਲੇ। ਰਾਮ ਮੁਕਤੀ ਦਾ ਦਾਤਾ ਮੇਰਾ ਵਾਹਿਗੁਰੂ, ਰੱਬ ਦੇ ਜਨ ਨਾਮ ਜਪਾਉਂਦੇ ਨੇ, ਉਹ ਬੇੜੇ ਤੇ ਚਾੜਦੇ ਨੇ, ਉਹ ਪਾਰ ਕਰ ਦਿੰਦਾ। ਕੈਸਾ ਮਾਨ, ਕੈਸਾ ਹੋ ਦਾਤਾ। ਪਰ ਇੱਕ ਨੇ, ਦੋ ਨਹੀਂ। ਸੰਤ ਅਨੰਤ ਹੈ ਅੰਤਰ ਨਾਹੀ, ਕੋਈ ਅੰਤਰ ਭੇਦ ਹੀ ਨਹੀਂ। ਉਹਨਾਂ ਨੇ ਜਾਣਿਆ, ਉਹ ਸਾਧਨਾ ਸੰਪੰਨ ਹੋਏ। ਵੀ ਧੰਨ ਧੰਨ ਬਾਬਾ ਨੰਦ ਸਿੰਘ ਮਹਾਰਾਜ ਜੀ ਨੇ ਪੂਜਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹਾਜ਼ਰਾ ਹਜ਼ੂਰ ਜਾਣ ਕੇ, ਸੇਵਾ ਟਹਿਲ ਕੀਤੀ। ਜੋ ਦਸਵੇਂ ਗੁਰੂ ਨਾਨਕ, ਦਸਵੇਂ ਪਾਤਸ਼ਾਹ ਕਲਗੀਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਬਚਨ ਨੇ, ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਝ ਹੈ ਖੋਜ ਸ਼ਬਦ ਮੈਂ। ਬਚਨ ਨੂੰ ਮੰਨਿਆ, ਪ੍ਰਤੱਖ ਪ੍ਰਗਟ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚੋਂ ਗੁਰੂ ਨਾਨਕ ਨੂੰ ਭੋਗ ਲਵਾਇਆ। ਬੇਨਤੀਆਂ ਕੀਤੀਆਂ, ਸੱਚੇ ਪਾਤਸ਼ਾਹ ਇਹ ਵੀ ਸਰੂਪ ਤੁਹਾਡਾ ਡਾਢਾ ਸੋਹਣਾ ਹੈ, ਪਰ ਉਸ ਸਰੂਪ ਦੇ ਵਿੱਚ ਦਰਸ਼ਨ ਦੇਵੋ ਜਿਸ ਸਰੂਪ ਵਿੱਚ ਸੱਜਣ ਠੱਗ ਕੌਡੇ ਰਾਖਸ਼ ਅਨੇਕਾਂ ਨੂੰ ਤੁਸੀਂ ਤਾਰੇ, ਭਾਈ ਲਾਲੋ ਨੂੰ ਤਾਰਿਆ। ਤੁਸੀਂ ਆਪ ਬਖਸ਼ਿਸ਼ ਕਰੋ, ਸਤਿਗੁਰੂ ਪ੍ਰਤੱਖ ਪ੍ਰਗਟ ਹੋਏ। ਜੋ ਸਤਿਗੁਰਾਂ ਦੇ ਬਚਨ ਨੇ, ਜੋ ਪ੍ਰਭ ਕੋ ਮਿਲ ਵੋ ਚਖੈ ਖੋਜ ਸ਼ਬਦ ਮੈਲੇ। ਫਿਰ ਇੱਕ ਹੋ ਗਏ, ਕਿਉਂਕਿ ਜੋ ਨਾਮ ਦੇ ਵਿੱਚ ਜੁੜ ਜਾਵੇ, ਨਾਮ ਦਾ ਰਸੀਆ ਬ੍ਰਹਮ ਦੇ ਵਿੱਚ ਰਤਿਆ ਗਿਆ, ਉਹ ਬ੍ਰਹਮ ਗਿਆਨੀ, ਕੋਈ ਅੰਤਰ ਭੇਦ ਨਹੀਂ ਰਹਿੰਦਾ। ਪਾਤਸ਼ਾਹ ਦੇ ਬਚਨ ਨੇ, ਜਿੰਨਾ ਨਾ ਵਿਸਰੈ ਨਾਮ ਸੇਕ ਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹੇ ਆ। ਕੋਈ ਭੇਦ ਰਹਿੰਦਾ ਕਿ ਇੱਕ ਹੋ ਗਏ।
ਏ ਵੱਡ ਊਚਾ ਹੋਵੈ ਕੋਏ, ਤਿਸ ਊਚੇ ਕੋ ਜਾਣੈ ਸੋਏ। ਜੇ ਵਡ ਆਪ ਜਾਣੈ ਆਪ ਆਪ, ਪਾਤਸ਼ਾਹ ਫਰਮਾਉਂਦੇ ਨੇ ਸਿੱਧੋ ਜਿਤਨਾ ਵੱਡਾ ਉਹ ਆਪ ਹੈ, ਸੋ ਆਪਣੇ ਆਪ ਨੂੰ ਆਪ ਹੀ ਜਾਣਦਾ ਹੈ। ਜੇ ਵਡ ਆਪ ਜਾਣੈ ਆਪ ਆਪ, ਆਪ ਹੀ ਜਾਣਦਾ, ਕਿਉਂਕਿ ਉਹ ਮਾਲਕ ਐਸਾ ਸਮਰੱਥ ਹੈ, ਅਸੰਗ ਹੈ, ਨਿਰਲੇਪ ਹੈ। ਨਾਨਕ ਨਦਰੀ ਕਰਮੀ ਦਾਤ, ਇਹ ਸਿੱਧੋ ਵਾਹਿਗੁਰੂ ਜੀਵਾਂ ਦੇ ਕਰਮਾਂ ਅਨੁਸਾਰ ਦਾਤ ਦਿੰਦਾ ਹੈ, ਉਸਦਾ ਨਿਯਮ ਮਰਿਆਦਾ ਹੈ। ਨੇ ਵਿਧਾਨ ਬੰਦੇ ਨੇ ਮਰਿਆਦਾ ਪੁਰਸ਼ੋਤਮ, ਜਿਵੇਂ ਸ੍ਰੀ ਰਾਮ ਚੰਦਰ ਮਹਾਰਾਜ ਜੀ ਹੋਏ, ਮਰਿਆਦਾ ਦਾ ਵਿਧਾਨ ਮੰਨਦੇ ਆ ਵੀ ਜਗਤ ਵਿੱਚ ਕਿਵੇਂ ਰਹਿਣਾ। ਸੰਸਾਰੀਆਂ ਨੇ ਇਸਤਰੀ ਦੇ ਕੀ ਫਰਜ਼ ਨੇ, ਪੁੱਤਰ ਦੇ ਕੀ ਫਰਜ਼ ਨੇ, ਪਿਤਾ ਦੇ ਕੀ ਫਰਜ਼ ਨੇ, ਵਿਧਾਨ ਬੰਨ ਦਿੱਤੇ। ਜੋ ਨਾ ਵਿਧਾਨ ਤੇ ਉਸ ਸਮੇਂ ਚੱਲਦਾ ਸੀ, ਡੰਡ ਮਿਲਦਾ ਸੀ, ਫਿਰ ਪ੍ਰਚਲਿਤ ਹੋ ਗਿਆ। ਮਰਿਆਦਾ ਪੁਰਸ਼ੋਤਮ ਸ੍ਰੀ ਰਾਮ ਚੰਦਰ ਮਹਾਰਾਜ ਜੀ ਮਰਿਆਦਾ ਦਾ ਵਿਧਾਨ ਮੰਨਿਆ। ਜੋ ਪਾਤਸ਼ਾਹ ਪਾਵਨ ਬਚਨ ਕਹਿੰਦੇ ਨੇ ਕਿ ਕਰਮਾਂ ਦੇ ਅਨੁਸਾਰ ਜੈਸਾ ਮਨੁੱਖ ਚੰਗਾ ਤੇ ਮਾੜਾ ਕਰਮ ਦਾ ਬੀਜ ਬੀਜਦਾ, ਉਸ ਦੇ ਅਨੁਸਾਰ ਉਸਨੂੰ ਸਜ਼ਾ, ਦੁੱਖ ਤੇ ਸੁੱਖ ਮਿਲਦਾ ਹੈ। ਉਸ ਵਾਹਿਗੁਰੂ ਤੋਂ ਦਾਤਾਂ ਮਿਲਦੀਆਂ। ਬਿਨ ਕਰਮਾ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ। ਬਿਨਾਂ ਕਰਮਾਂ ਤੋਂ ਕੁਝ ਨਹੀਂ ਹਾਸਲ ਹੁੰਦਾ। ਉਸ ਦਾਤੇ ਦੀ ਦਾਤ ਵੀ ਕਰਮਾਂ ਨਾਲ ਮਿਲਦੀ ਹੈ। ਪਾਤਸ਼ਾਹ ਫਰਮਾਉਂਦੇ ਨੇ ਨਾਨਕ ਨਦਰੀ ਕਰਮੀ ਦਾਤ। ਵਾਹਿਗੁਰੂ ਜੀਵਾਂ ਨੂੰ ਕਰਮਾਂ ਦੇ ਅਨੁਸਾਰ ਦਾਤ ਦਿੰਦਾ ਹੈ ਕਿ ਪਦਾਰਥ ਦੇ ਅਨੁਸਾਰ ਇਹ ਵਸਤੂ, ਇਹ ਪਦਾਰਥ ਇਸ ਨੂੰ ਮਿਲਣਾ ਹੈ। ਜੋ ਮਿਲਣਾ ਹੈ ਉਹ ਵਸ਼ ਮਿਲੇਗਾ, ਕੋਈ ਰੋਕ ਨਹੀਂ ਸਕਦਾ, ਉਹ ਮਿਲੇਗਾ। ਉਹ ਲਿਖਿਆ ਹੈ ਵਿਧਾਨ, ਉਹ ਮਿਲੇਗਾ ਵਸ਼। ਕਿਉਂਕਿ ਕਰਮ ਗਤੀ ਬੜੀ ਬਲਵਾਨ ਹੈ, ਭੋਗੈ ਬਿਨ ਭਾਗੈ ਨਹੀਂ, ਕਰਮ ਗਤੀ ਬਲਵਾਨ। ਬਹੁਤਾ ਕਰਮ ਲਿਖਿਆ ਨਾ ਜਾਏ, ਸਤਿਗੁਰੂ ਫਰਮਾਉਂਦੇ ਨੇ ਖਰੀ ਦਾ ਕਰਤਵ ਬਹੁਤ ਹੈ। ਪਾਤਸ਼ਾਹ ਕਹਿੰਦੇ ਨੇ ਕਰਮ ਕਰਤਵ ਬਹੁਤ ਹੈ, ਇਸ ਤੇ ਲਿਖਿਆ ਨਹੀਂ ਜਾਂਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਬਚਨ ਕਹਿੰਦੇ ਨੇ, ਭਾਈ ਲਿਖਿਆ ਨਹੀਂ ਜਾਂਦਾ। ਵੱਡਾ ਦਾਤਾ ਤਿਲ ਨਾ ਤਮਾਏ, ਉਸ ਦਾਤੇ ਅਕਾਲ ਪੁਰਖ ਨੂੰ ਤਿਲ ਮਾਤਰ ਕੋਈ ਇੱਛਾ ਹੀ ਨਹੀਂ ਕਿਸੇ ਤੋਂ, ਕੋਈ ਇੱਛਾ ਨਹੀਂ ਹੈ ਉਸ ਦਾਤੇ ਨੂੰ। ਵੱਡਾ ਦਾਤਾ, ਉਹ ਵੱਡਾ ਦਾਤਾ ਮਾਲਕ ਹੈ। ਜੇ ਮਨੁੱਖ ਆਖੇ ਕਿ ਉਸਨੂੰ ਇੱਛਾ ਹੋਵੇਗੀ ਪ੍ਰਭੂ ਨੂੰ, ਕੋਈ ਇੱਛਾ ਨਹੀਂ। ਤਿਲ ਮਾਤਰ ਵੀ ਕੋਈ ਤਮਾ ਇੱਛਾ ਨਹੀਂ ਪ੍ਰਮਾਤਮਾ। ਵੱਡਾ ਨਾ ਹੋਵੇ ਘਾਟ ਨਾ ਜਾਏ, ਜੇ ਆਪਾਂ ਕਹਾਂਗੇ ਤਾਂ ਵੱਡਾ ਨਹੀਂ ਹੋ ਜਾਂਦਾ। ਰਲ ਕੇ ਮਿਲ ਕੇ ਵੀ ਕਹੀਏ ਤਾਂ ਵੀ ਵੱਡਾ ਨਹੀਂ ਹੋ ਜਾਂਦਾ। ਜੇ ਉਸ ਦਾਤੇ ਨੂੰ ਕੁਝ ਤੋਂ ਕੁਝ ਮਾੜਾ ਵੀ ਬੋਲੀਏ ਤਾਂ ਘਟ ਨਹੀਂ ਜਾਣਾ। ਵੱਡਾ ਨਾ ਹੋਵੇ ਘਾਟ ਨਾ ਜਾਏ, ਉਸਨੂੰ ਕੋਈ ਤਮਾ ਇੱਛਾ ਹੀ ਨਹੀਂ। ਵੱਡਾ ਦਾਤਾ ਤਿਲ ਨਾ ਤਮਾਏ, ਤਿਲ ਮਾਤਰ ਵੀ ਕੋਈ ਇੱਛਾ ਨਹੀਂ ਰੱਖਦਾ ਉਹ ਵਾਹਿਗੁਰੂ। ਕੇਤੇ ਮੰਗਹਿ ਜੋਦ ਆਬਾਦ, ਕੇਤਿਆ ਗਣਤ ਨਹੀਂ ਵਿਚਾਰ। ਪਾਤਸ਼ਾਹ ਫਰਮਾਉਂਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ, ਕਿਤਨੇ ਹੀ ਸਕਾਮੀ ਪ੍ਰਭੂ ਤੋਂ ਸੂਰਮਤਾ ਅਪਾਰ ਮੰਗਦੇ ਨੇ ਕਿ ਅਸੀਂ ਵੱਡੇ ਯੋਧੇ ਸੂਰਮੇ ਬਣੀਏ। ਬੜੇ ਮੰਗਦੇ ਕਿ ਮੇਰੀ ਰਾਣ ਵਿੱਚ ਕਦੇ ਖਾਰ ਨਾ ਹੋਵੇ, ਮੰਗਾ ਮੰਗਦੇ ਅਨੇਕਾਂ। ਕਿਤਨੇ ਨਿਸ਼ਕਾਮੀ ਜਿਸ ਬ੍ਰਹਮ ਵਿਚਾਰ ਦੀ ਗਿਣਤੀ ਹੀ ਨਹੀਂ, ਉਹ ਬ੍ਰਹਮ ਵਿਚਾਰ ਮੰਗਦੇ ਨੇ ਉਸ ਦਾਤੇ ਪ੍ਰਭੂ ਤੋਂ। ਕੇਤੇ ਮੰਗੈ ਜੋਧ ਅਪਾਰ, ਕੇਤਿਆਂ ਗਣਤ ਨਹੀਂ ਵਿਚਾਰ, ਕੋਈ ਗਿਣਤੀ ਹੀ ਨਹੀਂ। ਨਿਸ਼ਕਾਮੀ ਜਿਨ੍ਹਾਂ ਦੀ ਕੋਈ ਕਾਮਨਾ ਨਹੀਂ, ਉਹ ਬ੍ਰਹਮ ਵਿਚਾਰ ਦੀ
ਜੋ ਗਿਣਤੀ ਨਹੀਂ ਉਹ ਬ੍ਰਹਮ ਵਿਚਾਰ ਮੰਗਦੇ ਨੇ ਦਾਤੇ ਪ੍ਰਭੂ। ਕੇਤੇ ਖਪ ਟੁੱਟੈ ਵਿਕਾਰ, ਪਾਤਸ਼ਾਹ ਫਰਮਾਉਂਦੇ ਨੇ ਕਿਤਨੇ ਹੀ ਵਿਕਾਰਾਂ ਵਿੱਚ, ਵਿਛੀਆਂ ਵਿਕਾਰਾਂ ਵਿੱਚ ਖਪ ਖਪ ਕੇ ਪਰਮੇਸ਼ਰ ਤੋਂ ਟੁੱਟ ਜਾਂਦੇ ਨੇ, ਬੇਮੁਖ ਹੋ ਜਾਂਦੇ ਨੇ, ਫਿਰ 84 ਦੇ ਗੇੜ ਨਰਕਾਂ ਵਿੱਚ ਪੈਂਦੇ ਨੇ, ਬੇਮੁਖ ਹੀ ਰਹਿੰਦੇ ਨੇ। ਕੇਤੇ ਲੈ ਲੈ ਮੁਕਰ ਬਾਗ, ਕੇਤੇ ਮੂਰਖ ਖਾਹੀ ਖਾਗੇ। ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਬਚਨ ਕਹਿੰਦੇ ਨੇ ਪਿਆਰਿਓ, ਕਿਤਨੇ ਐਸੇ ਮੂਰਖ, ਉਹਨਾਂ ਨੂੰ ਮੂਰਖ ਹੀ ਆਖਿਆ ਸਤਿਗੁਰਾਂ ਨੇ, ਕਿ ਪ੍ਰਭੂ ਦੀ ਦਾਤ ਨੂੰ ਲੈ ਕੇ ਉਸ ਦਾਤੇ ਤੋਂ ਵੱਡੀਆਂ ਦਾਤਾਂ ਸੁਖ ਆਰਾਮ ਭੋਗ ਭੋਗਦਾ, ਰਸ ਤੇ ਆਨੰਦ ਮਾਣਦਾ, ਫਿਰ ਵੀ ਮੁੱਕਰ ਜਾਂਦਾ ਕਿ ਮੈਨੂੰ ਕੁਝ ਦਿੱਤਾ ਹੀ ਨਹੀਂ। ਉਸ ਦਾਤੇ ਤੋਂ ਇੱਕ ਵਸਤੂ ਆਪਾਂ ਨੂੰ ਨਾ ਮਿਲੇ ਸੋ ਤੇ ਆਪਾਂ ਕਹਿੰਦੇ ਹਾਂ ਪੁੱਤਰ ਨਹੀਂ ਮਿਲਿਆ, ਇੰਝ ਨਹੀਂ ਹੋਇਆ, ਇੰਝ ਨਹੀਂ। ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੀ ਪਾਵਨ ਬਚਨ ਨੇ, 10 ਵਸਤੂ ਲੈ ਪਾਤਸ਼ਾਹ ਪਾਵੈ, ਏਕ ਵਸਤ ਕਾਰਨ ਬੇਖੋਟ ਗਵਾਵੈ। ਏਕ ਭੀ ਨਾ ਦੇ 10 ਭੀ ਲੈ ਤੋ ਮੂੜਾ ਕਹੋ ਕਹਾਂ ਕਰੇ। ਜੋ ਤੂੰ ਇੱਕ ਮੰਗਦਾ ਉਹ ਵੀ ਨਾ ਦਵੇ, 10 ਦਿੱਤੀਆਂ ਨੇ ਉਹ ਵੀ ਲੈ ਲਵੇ, ਕੀ ਕਰੇਗਾ। ਜਿਸ ਠਾਕਰ ਸਿਉ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਉਸ ਮਾਲਕ ਅੱਗੇ ਕੋਈ ਬਲ ਚਾਰਾ ਨਹੀਂ, ਉਸ ਅੱਗੇ ਬੇਨਤੀ ਰਜੋਈ ਨਮਸਕਾਰ ਕਰਨੀ ਬਣਦੀ ਹੈ, ਕਿਉਂਕਿ ਇਹ ਦਾਤਾ ਹੈ, ਉਹ ਮਾਲਕ ਹੈ, ਗਰੀਬ ਨਿਵਾਜ, ਉਹ ਦੀਨ ਦੁਨੀਆ ਦਾ ਸਿਰਜਣਹਾਰ ਹੈ। ਤੇ ਮਾਤਾ ਸੁਲੱਖਣੀ ਤੇ ਬਖਸ਼ਿਸ਼ ਹੋ ਗਈ ਸੰਤਾਂ ਦੇ ਜਰੀਏ ਕਿ ਸਤਿਗੁਰੂ ਉੱਥੇ ਵੀ ਤੁਸੀਂ ਲਿਖਣਹਾਰ ਸੀ, ਹੁਣ ਕਿਰਪਾ ਕਰੋ, 7 ਪੁੱਤਰ ਬਖਸ਼ ਦਿੱਤੇ। ਜੋ ਪਾਤਸ਼ਾਹ ਫਰਮਾਉਂਦੇ ਨੇ, ਕੇਤੇ ਲੈ ਲੈ ਮੁੱਕਰ ਪਾਖੇ। ਕਿਤਨੇ ਐਸੇ ਅਣਗਿਣਤ ਜੀਵ ਮਨੁੱਖ ਨੇ ਜੋ ਪ੍ਰਭੂ ਤੋਂ ਦਾਤਾਂ ਲੈ ਲੈਂਦੇ ਨੇ, ਸਭ ਕੁਝ ਮਿਲਦਾ ਹੈ, ਵੱਡੀਆਂ ਬਖਸ਼ਿਸ਼ਾਂ ਪ੍ਰਭੂ ਸਭਨਾਂ ਤੇ ਕਰਦਾ, ਮੁੱਕਰ ਜਾਂਦੇ ਨੇ, ਇਸ ਦਾਤੇ ਨੂੰ ਭੁਲਾ ਦਿੰਦੇ ਨੇ, ਸੁੱਖ ਆਰਾਮ ਭੋਗਾਂ ਤੱਕ ਸੀਮਤ ਰਹਿ ਜਾਂਦੇ ਨੇ ਕਿ ਜਗਤ ਵਿੱਚ ਆਏ ਹਾਂ ਆਨੰਦ ਰਸ ਭੋਗ ਭੋਗੀਏ। ਫਿਰ ਉਹਨਾਂ ਨੂੰ ਕੋਈ ਭਲਾ ਪੁਰਸ਼ ਵੀ ਕੁਝ ਕਹੇ ਸਮਝਾਵੇ, ਉਹ ਕੀ ਕਹਿੰਦੇ ਨੇ, ਆ ਜਗ ਮਿੱਠਾ ਅਗਲਾ ਕਿਨ ਡਿੱਠਾ। ਕਿਸਨੇ ਦੇਖਿਆ, ਕਿਸਨੇ ਦੱਸਿਆ, ਕਿਉਂਕਿ ਅਗਿਆਨ ਅਵਿਦਿਆ ਦੇ ਵਿੱਚ ਰਚਿਆ ਹੋਇਆ ਮਨੁੱਖ ਇਹ ਸਭ ਕੁਝ ਭੁੱਲ ਜਾਂਦਾ ਹੈ। ਉਹਨੂੰ ਜਗਤ ਸੰਸਾਰ ਇਹੀ ਸਭ ਕੁਝ ਭਾਸਦਾ ਹੈ, ਕਿਉਂਕਿ ਜਗਤ ਦਿਖਾਈ ਦਿੰਦਾ, ਪ੍ਰਭੂ ਦਿਖਾਈ ਨਹੀਂ ਦਿੰਦਾ। ਉਸ ਵਿੱਚ ਜੁੜਨਾ ਵੀ ਬੜਾ ਕਠਿਨ ਹੈ, ਉਹ ਸੱਚੇ ਦਾ ਨਾਮ ਜਪਣਾ ਵੀ ਬੜਾ ਔਖਾ ਹੈ, ਪਰ ਜਿਸ ਦੀ ਉਹਦੀ ਬਖਸ਼ਿਸ਼ ਰਹਿਮਤ ਹੋਵੇ ਉਹ ਜਪਦਾ ਹੈ, ਆਖਣ ਔਖਾ ਸਾਚਾ ਨਾਮ। ਪਰ ਉਹ ਕੈਸਾ ਮਾਲਕ ਜੋ ਉਸ ਦੇ ਮਾਰਗ ਤੇ ਚੱਲਦਾ, ਉਸ ਤੇ ਵੱਡੀਆਂ ਬਖਸ਼ਿਸ਼ਾਂ ਉਹ ਵਾਹਿਗੁਰੂ ਕਰਦਾ ਹੈ। ਜੋ ਪਾਤਸ਼ਾਹ ਫਰਮਾਉਂਦੇ ਨੇ, ਕਿਤਨੇ ਐਸੇ ਮੂਰਖ ਉਸ ਦਾਤੇ ਦੀ ਦਾਤ ਦਿੱਤੀ ਭੁੱਲ ਜਾਂਦੇ ਨੇ, ਬੇਮੁਖ ਹੋ ਜਾਂਦੇ ਨੇ। ਜੋ ਬੇਮੁਖ ਹੁੰਦੇ ਨੇ ਉਹਨਾਂ ਪ੍ਰਤੀ ਬਚਨ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਵੀ ਜਨਮਾਂ ਦੇ ਵਿਜੋਗ ਲੱਗ ਜਾਂਦੇ ਨੇ ਜੋ ਬੇਮੁਖ ਹੁੰਦੇ ਨੇ। ਮੂਰਖ ਪਦਾਰਥਾਂ ਦਾ ਖਾਣਾ ਕੀ ਖਾਣਾ ਕਰਦੇ, ਤ੍ਰਿਪਤ ਨਹੀਂ ਹੁੰਦੇ। ਕੇਤਿਆ ਦੁਖ ਭੂਖ ਸਦ ਮਾਰ, ਇਹ ਬੇਦਾਤ ਤੇਰੀ ਦਾਤਾਰ। ਕਿਤਨਿਆਂ ਨੂੰ ਭੁੱਖ ਦੇ ਦੁੱਖ ਦੀ ਸਦਾ ਮਾਰ ਰਹਿੰਦੀ ਹੈ, ਸਰਬਦਾ ਦੁਖੀ ਰਹਿੰਦੇ ਨੇ। ਐਸੇ ਕਲੇਸ਼ ਦੀ ਨਿਵਰਤੀ ਵਾਸਤੇ ਇਸ ਤਰ੍ਹਾਂ ਭਾਈ ਬੇਨਤੀ ਕਰੀਏ ਉਸ ਦਾਤੇ ਪ੍ਰਭੂ ਅੱਗੇ ਕਿ ਸੱਚੇ ਪਾਤਸ਼ਾਹ ਇਹ ਬੇਦਾਤ ਤੇਰੀ ਦਾਤਾਰ, ਦੁੱਖ ਵਿੱਚ ਵੀ ਉਸ ਦਾ ਭਾਣਾ ਤੇ ਹੁਕਮ ਕਿ ਹੇ ਦਾਤੇ, ਹੇ ਮੇਰੇ ਪਾਤਸ਼ਾਹ, ਇਹ ਵੀ ਤੂੰ ਦਾਤ ਬਖਸ਼ੀ ਹੈ ਜੋ ਦੁੱਖ ਦਿੱਤੇ ਨੇ, ਕਿਉਂਕਿ ਦੇਵਣ ਵਾਲਾ ਤਾਂ ਉਸ ਹੈ। ਬੰਦ ਖਲਾਸੀ ਭਾਣਾ ਹੋਏ, ਹੋਰ ਆਖ ਨਾ ਸਕੈ ਕੋਈ। ਕੈਦ ਹੋਣਾ, ਰਾਸੀ ਸੇ ਮੁਕਤ ਹੋਣਾ, ਇਹ ਸਭ ਅਕਾਲ ਪੁਰਖ ਦੇ ਹੁਕਮ ਵਿੱਚ ਹੁੰਦਾ ਹੈ।
ਇਹ ਕੋਈ ਨਹੀਂ ਕਹਿ ਸਕਦਾ ਕਿ ਇਉਂ ਕਿਉਂ ਕੀਤਾ, ਐਸਾ ਕਰਨਾ ਸੀ, ਕਿਉਂਕਿ ਕਰਨ ਖਾਦ ਮੇਰਾ ਵਾਹਿਗੁਰੂ ਆਪ ਹੈ। ਜੇ ਕੋ ਖਾਇਕ ਆਖਣ ਪਾਏ, ਉਹ ਜਾਣੈ ਜੇਤੀਆ ਮੋਹਿ ਖਾਏ। ਜੇ ਕੋਈ ਮੂਲਕ ਉਸਦੇ ਅੰਤ ਨੂੰ ਕਹਿਣੇ ਲੱਗੇ, ਉਹੀ ਜਾਣੇਗਾ ਜਿਤਨੀਆਂ ਪਲੋਵੇ ਜਮਦੂਤਾਂ ਤੋਂ ਮੂੰਹ ਪਰ ਸੱਟਾਂ ਖਾਵੇਗਾ। ਤਾਤਪਰਜ ਇਹ ਕਿ ਵੇਦ ਸ਼ਾਸਤਰ ਗੁਰਵਾਕਾਂ ਸੇ ਵਿਰੁੱਧ ਕਹਿਣੇ ਵਾਲਿਆਂ ਨੂੰ ਧਰਮਰਾਜ ਦੀ ਫਿਰ ਸਜ਼ਾ ਅਵਸ਼ ਮਿਲਦੀ ਹੈ, ਵੱਡਾ ਦੰਡ ਮਿਲਦਾ। ਆਪੇ ਜਾਣੈ ਆਪੇ ਦੇ, ਆਖੇ ਸੇਬੇ ਕੇ ਕੇ। ਕੋਈ ਐਸੇ ਵੀ ਹੈ ਜੋ ਇਹ ਕਹਿੰਦੇ ਨੇ ਕਿ ਇਹੀ ਤਿੰਨਾਂ ਦੇ ਨੇਚੇ ਕਿ ਪ੍ਰਭੂ ਆਪ ਹੀ ਜੀਵਾਂ ਦੀ ਵਿਵਸਥਾ ਜਾਣਦਾ ਹੈ, ਆਪ ਹੀ ਖਾਨ ਪਾਨ ਪਹਿਰਾਨ ਮਕਾਨ ਆਦਿਕ ਸਭ ਸਮਾਨ ਦਿੰਦਾ ਹੈ। ਇਹ ਪਾਤਸ਼ਾਹ ਫਰਮਾਉਂਦੇ ਨੇ, ਜਿਸਨੋ ਵਖਸੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਇਹ ਸਿੱਧੋ ਜਿਸਨੂੰ ਸਿਫਤੀ ਅਕਾਲ ਪੁਰਖ ਮੇਰਾ ਵਾਹਿਗੁਰੂ ਆਪਣੀ ਉਸਤਤੀ ਕਰਨੀ ਬਖਸ਼ ਦਵੇ, ਸਿਫਤ ਬਖਸ਼ੇ। ਸੋ ਉਸਤਤ ਕਰਨ ਵਾਲਾ ਗੁਰਮੁਖ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਇਹ ਵੱਡੀਆਂ ਬਖਸ਼ੀਸ਼ਾਂ ਨੇ ਉਸ ਦਾਤੇ ਪ੍ਰਭੂ ਦੀਆਂ। ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਪਾਤਸ਼ਾਹਾਂ ਦਾ ਪਾਤਸ਼ਾਹ। ਸਤਿਗੁਰੂ ਦੇ ਉਪਦੇਸ਼ ਤੇ ਚੱਲੀਏ, ਗੁਰ ਸ਼ਬਦੀ ਗੁਰਮਤੀਏ ਬਣੀਏ, ਨਾਮ ਨੂੰ ਜਪੀਏ, ਸੰਗ ਕਰੀਏ, ਸਤਪੁਰਸ਼ਾਂ ਦਾ ਆਪਣਾ ਅਮੋਲਕ ਜਨਮ ਸਫਲ ਹੋ ਜਾਵੇ। हे अच्युत हे पार ब्रह्म, अविनाशी अगनाशी,